हाँ जी, हेलो एवरीवन, माय नेम इज़ संदीप सिंह एंड यू आर वाचिंग IELTS ट्रेनर। हाँ जी, ਅੱਜ ਆਪਾਂ ਗੱਲ ਕਰਾਂਗੇ ਜਿਹੜਾ ਸਭ ਤੋਂ ਜਿਹੜੀ ਕਾਮਨ ਪ੍ਰੋਬਲਮ ਆ ਸਟੂਡੈਂਟਸ ਦੀ, ਉਹ ਹੈਗੀ ਆ ਜੀ MCQ ਦੀ ਪ੍ਰੋਬਲਮ ਰੀਡਿੰਗ ਦੇ ਵਿੱਚ ਸਪੈਸ਼ਲੀ। ਤਾਂ ਲਿਸਨਿੰਗ ਵਾਲੇ MCQ ਲਈ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ, ਬਟ ਅੱਜ ਆਪਾਂ ਗੱਲ ਕਰਾਂਗੇ ਰੀਡਿੰਗ ਦੇ ਵਿੱਚ ਜਿਹੜੇ MCQ ਦੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਕਿ ਉਹ ਸਾਡੇ ਜ਼ਿਆਦਾਤਰ 80-90% ਹਰ ਸਾਰੇ ਸਟੂਡੈਂਟਸ ਦੀ ਕਾਮਨ ਪ੍ਰੋਬਲਮ ਆ ਕਿ ਸਾਡੇ ਜਿਹੜੇ MCQ ਹੁੰਦੇ ਆ ਉਹ ਸਹੀ ਨਹੀਂ ਜਾਂਦੇ। ਅਸਲ ਦੇ ਵਿੱਚ ਉਹ ਸਹੀ ਨਾ ਜਾਣ ਦਾ ਕਾਰਨ ਆ ਕਿ ਤੁਸੀਂ ਰੀਡਿੰਗ ਦੇ ਵਿੱਚ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝ ਕੇ ਨਹੀਂ ਕਰਦੇ ਜਾਂ ਕੋਈ ਮੈਥਡ ਨਹੀਂ ਯੂਜ਼ ਕਰਦੇ। ਅੱਜ ਆਪਾਂ ਗੱਲ ਕਰਾਂਗੇ ਇੱਕ ਸਪੈਸ਼ਲ ਟ੍ਰਿਕ ਹੈ ਜੀ, ਜਿਹੜੀ ਆਪਾਂ MCQ ਦੇ ਵਿੱਚ ਜਾਂ ਇੱਕ ਟਿਪ ਜਾਂ ਮੈਥਡ ਯੂਜ਼ ਕਰਾਂਗੇ, ਉਹ ਹੈਗਾ ਜੀ ਐਲੀਮੀਨੇਸ਼ਨ ਮੈਥਡ। ਇਹ ਮੈਥਡ ਹੈ ਕੀ ਹੈ, ਇਹਨੂੰ ਕਿੱਦਾਂ ਯੂਜ਼ ਕਰਨਾ, ਤਾਂ ਉਹ ਆਪਾਂ ਸਾਰਾ ਡਿਸਕਸ ਕਰਾਂਗੇ। ਪਲੱਸ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਇੱਕ ਆਪਾਂ MCQ ਨੂੰ ਸੋਲਵ ਕਿੱਦਾਂ ਕਰਨਾ, ਉਹ MCQ ਸੋਲਵ ਵੀ ਕਰਕੇ ਦਿਖਾਵਾਂਗੇ ਰੀਡਿੰਗ ਦੇ ਵਿੱਚੋਂ। ਸਭ ਤੋਂ ਪਹਿਲਾਂ ਐਲੀਮੀਨੇਸ਼ਨ ਮੈਥਡ ਹੈ ਕੀ ਹੈ ਜੀ। ਐਲੀਮੀਨੇਸ਼ਨ ਮੈਥਡ ਦਾ ਮੀਨਿੰਗ ਇਹ ਹੈ ਕਿ ਆਪਾਂ ਸਾਰੀਆਂ ਆਪਸ਼ਨਸ, ਚਾਰਾਂ ਆਪਸ਼ਨਸ ਨੂੰ ਪੜ੍ਹਨਾ ਅਤੇ ਉਹ ਸਾਰੀਆਂ ਆਪਸ਼ਨ ਨੂੰ ਐਕਸਕਲੂਡ ਕਰਦੇ ਜਾਣਾ, ਉਹਨਾਂ ਨੂੰ ਰਿਮੂਵ ਕਰਦੇ ਜਾਣਾ ਕਿ ਆਹ ਆਪਸ਼ਨ ਵੀ ਨਹੀਂ ਫਿੱਟ ਬੈਠ ਰਹੀ ਮੇਰੇ ਪੈਸੇ ਦੇ ਅਕੋਰਡਿੰਗ, ਆਹ ਵੀ ਨਹੀਂ ਬੈਠ ਰਹੀ। ਉਹਨਾਂ ਦੇ ਵਿੱਚੋਂ ਇੱਕ ਦਾ ਮੀਨਿੰਗ ਬਿਲਕੁਲ ਸੇਮ ਨਿਕਲ ਰਿਹਾ ਹੋਊਗਾ ਪੈਸੇ ਦੇ ਅਕੋਰਡਿੰਗ, ਤਾਂ ਜਿਹੜੀ ਉਹ ਆਪਸ਼ਨ ਦਾ ਮੀਨਿੰਗ ਬਿਲਕੁਲ ਸੇਮ ਨਿਕਲ ਰਿਹਾ ਹੋਊ ਪੈਸੇ ਦੇ ਅਕੋਰਡਿੰਗ, ਤਾਂ ਉਹ ਆਪਸ਼ਨ ਨੂੰ ਆਪਾਂ ਕਲਿੱਕ ਕਰ ਲਾਂਗੇ, ਉਹੀ ਆਪਣੀ ਜਿਹੜੀ ਆ ਸਹੀ ਹੋਊਗੀ। ਤਾਂ ਇਹਦੇ ਲਈ ਇੱਕ ਹੋਰ ਜਿਹੜੀ ਮੇਨ ਧਿਆਨ ਰੱਖਣ ਵਾਲੀ ਗੱਲ ਹੈਗੀ MCQ ਦੇ ਵਿੱਚ, ਜਿਨ੍ਹਾਂ ਦੇ MCQ ਵਾਲਾ ਪਾਰਟ ਵੀਕ ਆ, ਜਿਨ੍ਹਾਂ ਦੇ MCQ ਨਹੀਂ ਸਹੀ ਜਾਂਦੇ, ਜਿਨ੍ਹਾਂ ਦੇ MCQ ਨਹੀਂ ਜ਼ਿਆਦਾ ਸਟਰੋਂਗ ਹੈਗੇ, ਇਹ ਪਾਰਟ ਵੀਕ ਆ, ਉਹ ਸਟੂਡੈਂਟਸ ਜ਼ਿਆਦਾ ਇਸ ਚੀਜ਼ 'ਤੇ ਧਿਆਨ ਦੇਣ ਕਿ ਉਹਨਾਂ ਨੇ ਆਪਸ਼ਨਸ ਪਹਿਲਾਂ ਨਹੀਂ ਪੜ੍ਹਨੀਆਂ। ਪਹਿਲਾਂ ਮੀਨਸ ਆਪਾਂ ਜਦੋਂ ਕੁਐਸਚਨ ਪੜ੍ਹ ਰਹੇ ਹਾਂ ਤਾਂ ਉਦੋਂ ਨਾਲ ਦੀ ਨਾਲ ਨਹੀਂ ਆਪਸ਼ਨਸ ਪੜ੍ਹ ਲੈਣੀ, ਆਪਾਂ ਆਪਸ਼ਨ ਆਪਾਂ ਬਾਅਦ ਦੇ ਵਿੱਚ ਪੜ੍ਹਨੀਆਂ। ਪਹਿਲਾਂ ਆਪਾਂ ਜਸਟ ਇੱਕ ਕੁਐਸਚਨ ਦੀ ਸਟੇਟਮੈਂਟ ਪੜ੍ਹਨੀ ਆ, ਉਸ ਕੁਐਸਚਨ ਦੀ ਸਟੇਟਮੈਂਟ ਨੂੰ ਆਪਾਂ ਯੂਜ਼ ਕਰਾਂਗੇ ਆਪਣੇ ਆਨਸਰ ਨੂੰ ਲੋਕੇਟ ਕਰਨ ਦੇ ਲਈ ਕਿ ਆਪਣਾ ਆਨਸਰ ਆ ਕਿੱਥੋਂ ਰਿਹਾ। ਜਦੋਂ ਆਪਾਂ ਉਹ ਆਪਸ਼ਨ ਸਟੇਟਮੈਂਟ ਪੜ੍ਹ ਲਈ ਕੁਐਸਚਨ ਦੀ, ਤਾਂ ਆਪਾਂ ਸਿੱਧਾ ਪੈਸੇਜ ਦੇ ਵਿੱਚ ਚਲ ਜਾਵਾਂਗੇ ਜਿੱਥੇ ਆਪਣੀ ਲੋਕੇਸ਼ਨ ਪਈ ਹੋਊਗੀ ਰੀਡਿੰਗ ਦੇ ਵਿੱਚ। ਅਤੇ ਰੀਡਿੰਗ ਦੇ ਵਿੱਚ ਉੱਥੇ ਜਾ ਕੇ ਜਿੱਥੋਂ ਆਪਣੀ ਆਪਸ਼ਨ ਆਪਣਾ ਕੁਐਸਚਨ MCQ ਦਾ ਆ ਰਿਹਾ, ਤਾਂ ਉਹਨੂੰ ਆਪਾਂ ਉਹ ਲਾਈਨਸ ਨੂੰ ਪੜ੍ਹਾਂਗੇ, 2-3 ਲਾਈਨਸ ਜਿੰਨੀਆਂ ਵੀ ਹੋਣਗੀਆਂ ਜਿੱਥੋਂ ਆਪਣਾ ਆਨਸਰ ਆ ਰਿਹਾ, ਤਾਂ ਉਹਨਾਂ ਨੂੰ ਲਾਈਨ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਕਿ ਉਹਨਾਂ ਦਾ ਮੀਨਿੰਗ ਕੀ ਆ। ਆਪਾਂ ਵਰਡਸ ਨਹੀਂ ਚੈੱਕ ਕਰਨੇ ਕਿ ਉੱਥੇ ਕਿਹੜੇ ਵਰਡ ਯੂਜ਼ ਕੀਤੇ ਆ, ਕਿ ਉੱਦਾਂ ਦੇ ਵਰਡਸ ਹੀ ਉਹਨਾਂ ਨੇ ਆਪਸ਼ਨਸ 'ਚ ਯੂਜ਼ ਕਰ ਰਹੇ। ਆਪਾਂ ਇਹ ਚੀਜ਼ ਨਹੀਂ ਦੇਖਣੀ, ਆਪਾਂ ਮੀਨਿੰਗ ਦੇਖਣਾ, ਸੈਂਸ ਦੇਖਣੀ ਹੈ ਕਿ ਉਹ ਕੀ ਗੱਲ ਕਹਿਣੀ ਚਾਹ ਰਹੇ ਆ। ਤਾਂ ਜਦੋਂ ਆਪਾਂ ਉਹ ਪੜ੍ਹ ਲਿਆ ਤਾਂ ਬਾਅਦ ਦੇ ਵਿੱਚ ਆਪਾਂ ਆਪਸ਼ਨਸ 'ਤੇ ਆਵਾਂਗੇ 1 ਬਾਏ 1। ਪਹਿਲਾਂ ਆਪਾਂ ਇਹ ਆਪਸ਼ਨ ਪੜ੍ਹਾਂਗੇ, ਜੇ ਉਹਦਾ ਮੀਨਿੰਗ ਬਿਲਕੁਲ ਮੈਚ ਕਰ ਰਿਹਾ ਤਾਂ ਉਹਨੂੰ ਆਪਾਂ ਕਲਿੱਕ ਕਰ ਲਾਂਗੇ, ਨਹੀਂ ਤਾਂ ਉਹਨੂੰ ਆਪਾਂ ਰਿਮੂਵ ਕਰ ਦਾਂਗੇ। ਠੀਕ ਹੈ ਜੀ, ਇੱਦਾਂ ਹੀ ਆਪਾਂ BCD ਚਾਰੋਂ ਆਪਸ਼ਨਸ ਨੂੰ ਪੜ੍ਹ ਲਾਂਗੇ ਅਤੇ ਜਿਹੜੀ ਆਪਸ਼ਨ ਦਾ ਮੀਨਿੰਗ ਬਿਲਕੁਲ ਸੇਮ ਹੋਊਗਾ ਉਹ ਆਪਾਂ ਆਪਸ਼ਨ ਨੂੰ ਕਲਿੱਕ ਕਰ ਲਾਂਗੇ, ਅਤੇ ਬਾਕੀਆਂ ਨੂੰ ਆਪਾਂ ਕੱਟ ਹੀ ਲਗਾਉਂਦੇ ਚੱਲਾਂਗੇ, ਨਾਲ ਦੀ ਨਾਲ ਰਿਮੂਵ ਕਰਦੇ ਚੱਲਾਂਗੇ, ਐਲੀਮੀਨੇਟ ਕਰ ਦਾਂਗੇ। ਇਸੇ ਨੂੰ ਹੀ ਬੋਲਦੇ ਆ ਐਲੀਮੀਨੇਸ਼ਨ ਮੈਥਡ, ਅਤੇ ਇਹ 100% ਤੁਹਾਨੂੰ ਰਿਜ਼ਲਟ ਦੇਊਗਾ ਜੀ। ਇਹ ਜਿਹੜਾ ਮੈਥਡ ਆ, ਇਹਦੇ ਨਾਲ ਤੁਹਾਡਾ ਸਕੋਰ ਆ ਜਿਹੜਾ MCQ ਦੇ ਵਿੱਚ 100% ਇੰਪਰੂਵ ਹੋ ਜਾਊਗਾ, ਇਹ ਗਰੰਟੀ ਹੈ ਮੇਰੀ। ਹਾਂਜੀ, ਇੱਕ ਆਪਸ਼ਨਸ ਹੁੰਦੀਆਂ ਜਿਹੜੀਆਂ ਉਹਨਾਂ ਨੇ ਉਹ ਕਿੱਦਾਂ ਸੈੱਟ ਕੀਤੀਆਂ ਹੁੰਦੀਆਂ। ਆਪਸ਼ਨਸ ਹੁੰਦੀਆਂ ਜਿਹੜੀਆਂ ਉਹਨਾਂ ਨੇ ਇੱਕ ਆਪਸ਼ਨ ਤਾਂ ਬਿਲਕੁਲ ਈਜ਼ਲੀ ਆਪਾਂ ਐਕਸਕਲੂਡ ਕਰ ਦਿੰਦੇ ਹਾਂ, ਐਲੀਮੀਨੇਟ ਕਰ ਦਿੰਦੇ ਹਾਂ ਕਿ ਇਹ ਆਪਸ਼ਨ ਤਾਂ ਨਹੀਂ ਆ ਰਹੀ, ਉਹ ਤਾਂ ਬਿਲਕੁਲ ਇੱਕ ਤਾਂ ਬਿਲਕੁਲ ਹੀ ਉਹਨਾਂ ਨੇ ਇਰਰੈਲੇਵੈਂਟ ਪਾਈ ਹੁੰਦੀ, ਉਹ ਤਾਂ ਸਾਰੀ ਰਿਮੂਵ ਕਰ ਦਿੰਦੇ ਆ। ਉਹਨਾਂ ਦੇ ਵਿੱਚੋਂ ਜਿਹੜੀ ਇੱਕ ਆਪਸ਼ਨ ਹੁੰਦੀ ਆ, ਉਹਦੇ ਵਰਡ ਬਿਲਕੁਲ ਸੇਮ ਹੁੰਦੇ ਆ ਜਿਹੜੇ ਉੱਥੇ ਜਿਹੜੇ ਆਪਣੇ ਪੈਰਾਗ੍ਰਾਫ 'ਚ ਹੋਣਗੇ, ਬਟ ਉਹਨਾਂ ਦਾ ਮੀਨਿੰਗ ਕੁਛ ਹੋਰ ਨਿਕਲ ਰਿਹਾ ਹੋਊਗਾ। ਅਤੇ ਜ਼ਿਆਦਾਤਰ ਆਪਾਂ ਉਹੀ ਗਲਤੀ ਕਰਦੇ ਹਾਂ ਕਿ ਆਪਾਂ ਵਰਡਸ ਨੂੰ ਮੈਚ ਕਰਦੇ ਹਾਂ, ਵਰਡਸ ਮੈਚ ਕਰਕੇ ਉਹਨਾਂ ਨੂੰ ਲਗਾ ਦਿੰਦੇ ਹਾਂ, ਬਟ ਇੱਦਾਂ ਨਹੀਂ ਕਰਨਾ ਹੁੰਦਾ। ਆਪਾਂ ਵਰਡਸ ਮੈਚ ਨਹੀਂ ਕਰਨੇ। ਉਹ ਆਪਸ਼ਨ ਤੁਸੀਂ ਦੇਖਿਓ ਧਿਆਨ ਨਾਲ, ਕਦੇ ਵੀ ਉਹ ਤੁਹਾਨੂੰ ਉਲਝਾਉਣ ਲਈ ਪਾਈ ਹੁੰਦੀ ਆ ਉਹਨਾਂ ਨੇ ਕਿ ਵਰਡਸ ਨੂੰ ਮੈਚ ਕਰਨਗੇ ਅਤੇ ਇਹੀ ਆਪਸ਼ਨ ਕਲਿੱਕ ਕਰ ਲੈਣਗੇ, ਬਟ ਉਹਦਾ ਮੀਨਿੰਗ ਕੁਛ ਉਹ ਤੋਂ ਉਲਟ ਨਿਕਲ ਰਿਹਾ ਹੋਊਗਾ। ਅਤੇ ਜਿਹੜੀ ਇੱਕ ਆਪਸ਼ਨ ਹੁੰਦੀ ਆ, ਉਹ ਆਪਸ਼ਨ ਤੁਹਾਡੀ ਹੁੰਦੀ ਆ ਹਾਫ ਆ, ਜਿਹੜੀ ਉਹ ਤੁਹਾਡੀ ਉੱਥੇ ਮੈਂਸ਼ਨ ਹੁੰਦੀ ਹੈ ਪੈਰਾਗ੍ਰਾਫ 'ਚ, ਹਾਫ ਮੈਂਸ਼ਨ ਨਹੀਂ ਹੁੰਦੀ, ਤਾਂ ਉਹ ਆਪਸ਼ਨ ਵੀ ਕਾਫੀ ਕਲੋਜ਼ ਹੁੰਦੀ ਆ, ਬਟ ਉਹ ਆਪਸ਼ਨ ਵੀ ਆਪਾਂ ਕੱਟ ਦੇਣੀ ਆ। ਅਤੇ ਜਿਹੜੀ ਇੱਕ ਬਚ ਗਈ ਆਪਸ਼ਨ ਆ, ਉਹਦਾ ਮੀਨਿੰਗ ਬਿਲਕੁਲ ਸੇਮ ਨਿਕਲ ਰਿਹਾ ਹੋਊਗਾ, ਉਹਦੇ ਵਰਡਸ
ਸੇਮ ਨਹੀਂ ਹੋਣਗੇ, ਵਰਡਸ ਉਹਨਾਂ ਨੇ ਚੇਂਜ ਕੀਤੇ ਹੋਣਗੇ ਬਟ ਉਹਦਾ ਮੀਨਿੰਗ ਬਿਲਕੁਲ ਸੇਮ ਹੋਊਗਾ। ਤਾਂ ਤੁਸੀਂ ਵੀ ਇਹ ਚੈੱਕ ਕਰ ਸਕਦੇ ਹੋ ਕਿ ਜਿਹੜੀ ਤੁਹਾਨੂੰ ਇਹ ਲੱਗਦਾ ਹੋਊਗਾ ਕਿ ਮੈਂ ਜਿਹੜੇ ਵਰਡਸ ਤਾਂ ਸੇਮ ਯੂਜ਼ ਕਰ ਰਿਹਾ ਬਟ ਮੇਰੇ ਆਨਸਰ ਗਲਤ ਜਾ ਰਿਹਾ, ਉਹ ਇਸੇ ਲਈ ਜਾ ਰਿਹਾ ਕਿ ਉਹ ਆਪਾਂ ਨੂੰ ਫਸਾ ਰਹੇ ਆ ਜਾਲ ਦੇ ਵਿੱਚ ਕਿ ਇਹ ਵਰਡਸ ਚੈੱਕ ਕਰਨਗੇ ਅਤੇ ਵਰਡਸ ਨੂੰ ਚੈੱਕ ਕਰਕੇ ਆਪਾਂ ਆਨਸਰ ਲਗਾ ਦਿੰਦੇ ਹਾਂ ਬਟ ਉਹਦਾ ਓਵਰਆਲ ਮੀਨਿੰਗ ਕੁਛ ਸੈਂਟੈਂਸ ਦਾ ਕੁਛ ਹੋਰ ਨਿਕਲ ਰਿਹਾ ਹੋਊਗਾ। ਠੀਕ ਹੈ ਜੀ। ਤਾਂ ਅੱਗੇ ਮੈਂ ਤੁਹਾਨੂੰ ਕਰਕੇ ਦਿਖਾਉਣਾ ਕਿ ਆਪਸ਼ਨਸ ਨੂੰ ਕਿੱਦਾਂ ਕਲਿੱਕ ਕਰਨਾ। ਬਾਕੀ ਜੇ ਕੋਈ ਫਿਰ ਵੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵਟਸਐਪ 'ਤੇ ਜਾਂ ਕੋਈ ਵੀ ਕੁਐਰੀ ਹੋਰ ਹੋਈ। ਓਕੇ ਜੀ। ਆਈ ਹੋਪ ਤੁਹਾਨੂੰ ਜਿਹੜੀ ਸਾਰੀ ਆ ਉਹ ਅੱਗੇ ਵੀ ਸਾਰੀ ਵੀਡੀਓ ਸਮਝ ਆ ਜਾਊਗੀ। ਹਾਂਜੀ, ਹੁਣ ਆਪਾਂ MCQ ਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਆਪਣਾ ਫਸਟ ਕੁਐਸਚਨ ਹੈਗਾ ਜਿਵੇਂ ਕਿ ਅਕੋਰਡਿੰਗ ਟੂ ਦੀ ਰਾਈਟਰ there are difficulties explaining how the Lapita accomplished their journeys because ਪਹਿਲੀ ਗੱਲ ਤਾਂ ਆਪਾਂ ਨੂੰ ਜੇ ਕੁਐਸਚਨ ਸਮਝਣਾ ਤਾਂ ਆਪਾਂ ਨੂੰ ਸਾਰੇ ਵਰਡ ਸਮਝ ਆਉਣੇ ਚਾਹੀਦੇ, ਜਿਵੇਂ ਕਿ ਅਕੰਪਲਿਸ਼ਡ ਦਾ ਮੀਨਿੰਗ ਹੁੰਦਾ ਜੀ ਕੰਪਲੀਟ ਕਰ ਲੈਣਾ, ਕਿਸੇ ਚੀਜ਼ ਨੂੰ ਪੂਰਾ ਕਰ ਲੈਣਾ। ਕਹਿੰਦੇ ਰਾਈਟਰ ਦੇ ਅਕੋਰਡਿੰਗ there are difficulties explaining, ਕਹਿੰਦੇ ਇਹ ਚੀਜ਼ ਡਿਫੀਕਲਟੀ ਹੈ ਐਕਸਪਲੇਨ ਕਰਨ ਦੇ ਵਿੱਚ how the Lapita accomplished their journeys, ਕਿ ਲੈਪਿਤਾ ਲੋਕ ਸੀਗੇ ਜਿਹੜੇ ਉਹਨਾਂ ਨੇ ਆਪਦੀਆਂ ਜਰਨੀਜ਼ ਕਿਵੇਂ ਕੰਪਲੀਟ ਕੀਤੀਆਂ, ਇਹਨਾਂ ਨੂੰ ਐਕਸਪਲੇਨ ਕਰਨ ਦੇ ਵਿੱਚ ਡਿਫੀਕਲਟੀਜ਼ ਨੇ। ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ MCQ ਕੁਐਸਚਨ ਦੇ ਵਿੱਚ ਤੁਹਾਨੂੰ ਜੇ ਪ੍ਰੋਬਲਮ ਆ ਤਾਂ ਤੁਸੀਂ ਪਹਿਲਾਂ ਹੀ ਸਾਰੀਆਂ ਆਪਸ਼ਨਸ ਨਹੀਂ ਪੜ੍ਹ ਲੈਣੀਆਂ, ਆਪਸ਼ਨਸ ਆਪਾਂ ਬਾਅਦ 'ਚ ਪੜ੍ਹਾਂਗੇ। ਪਹਿਲਾਂ ਆਪਾਂ ਲੋਕੇਸ਼ਨ 'ਤੇ ਚੱਲਾਂਗੇ। ਆਪਾਂ ਚੱਲਦੇ ਹਾਂ ਜੀ ਲੋਕੇਸ਼ਨ 'ਤੇ। ਜਿਵੇਂ ਕਿ ਲੋਕੇਸ਼ਨ ਹੈਗੀ ਹੈ ਜੀ ਆਹ ਪਈ ਹੈ, ਦੇਅਰ ਇਜ਼ ਵਨ ਸਟਬਰਨ ਕੁਐਸਚਨ ਫॉर ਦੀ ਆਰਕੀਓਲੋਜੀ ਹੈਜ਼ ਯੈਟ ਟੂ ਪ੍ਰੋਵਾਈਡ ਆਨਸਰਸ। ਹਾਊ ਡਿਡ ਲੈਪਿਟਾ ਅਕੰਪਲਿਸ਼ ਦੀ ਏਸ਼ੀਅਨ ਇਕੁਇਵਲੈਂਟ ਆਫ ਮੂਨ ਲੈਂਡਿੰਗ, ਵੀ ਉਹਨਾਂ ਨੇ ਆਪਦੀਆਂ ਜਰਨੀਜ਼ ਕਿਵੇਂ ਅਕੰਪਲਿਸ਼ ਕੀਤੀਆਂ, ਪੂਰੀਆਂ ਕੀਤੀਆਂ। ਤਾਂ ਇਟ ਮੀਨਸ ਇੱਥੋਂ ਹੀ ਆਪਣਾ ਆਨਸਰ ਆਊਗਾ, ਇਹਨੂੰ ਆਪਾਂ ਪੜ੍ਹਦੇ ਧਿਆਨ ਨਾਲ। ਨੋ ਵਨ ਹੈਜ਼ ਫਾਊਂਡ ਵਨ ਆਫ ਦੇਅਰ ਕਨੋਇਜ਼, ਕਹਿੰਦੇ ਕਿਸੇ ਨੂੰ ਵੀ ਉਹਨਾਂ ਦੀ ਕਨੋਇਜ਼ ਨਹੀਂ ਮਿਲੀਆਂ। ਕਨੋਇਜ਼ ਹੁੰਦੀਆਂ ਉਹਨਾਂ ਦੀਆਂ ਸ਼ਿਪਸ ਵਗੈਰਾ ਸੀਗੀਆਂ ਜਿਹੜੀਆਂ। ਔਰ ਐਨੀ ਰਿਗਿੰਗ ਹੁੰਦੀ ਹੈ ਜੀ ਜਿਹੜਾ ਕੋਈ ਵੇਸਟ ਮਟੀਰੀਅਲ ਸ਼ਿਪਸ ਜਾਂ ਕੋਈ ਉਹਨਾਂ ਦੀ ਕੋਈ ਸਮੱਗਰੀ ਜਿਹੜਾ ਸਮਾਨ ਨੂੰ ਲੈ ਕੇ ਜਾਂਦੀ ਸੀ ਉਹ ਨਹੀਂ ਮਿਲਿਆ। ਵਿਚ ਕੁਡ ਰਿਵੀਲ ਹਾਊ ਦੀ ਕਨੋਇਜ਼ ਵਰ ਸੇਲਡ, ਜਿਸ ਤੋਂ ਆਪਾਂ ਨੂੰ ਪਤਾ ਲੱਗ ਸਕਦਾ, ਰਿਵੀਲ ਹੁੰਦਾ ਖੁਲਾਸਾ ਕਰਨਾ, ਕਿ ਕਨੋਇਜ਼ ਨੂੰ ਕਿੱਦਾਂ ਸੇਲ ਕੀਤਾ ਜਾਂਦਾ ਸੀ, ਮੀਨਸ ਉਹਨਾਂ ਨੂੰ ਕਿੱਦਾਂ ਡਰਾਈਵ ਕੀਤਾ ਜਾਂਦਾ ਸੀ। ਨੌਰ ਡੂ ਦੀ ਆਲ ਹਿਸਟਰੀਜ਼ ਐਂਡ ਟਰਡੀਸ਼ਨਸ ਆਫ ਲੇਟਰ ਪੋਲੀਨੇਸ਼ੀਅਨਸ ਆਫਰ ਐਨੀ ਇਨਸਾਈਟਸ, ਕਹਿੰਦੇ ਨਾ ਇੱਦਾਂ ਦੀ ਕੋਈ ਹਿਸਟਰੀ ਜਾਂ ਟਰਡੀਸ਼ਨ ਕੋਈ ਮਿਲਦਾ ਆਪਾਂ ਨੂੰ ਜਿਸ ਤੋਂ ਆਪਾਂ ਨੂੰ ਉਹਨਾਂ ਬਾਰੇ ਹੋਰ ਇਨਸਾਈਟਸ ਮਿਲੇ, ਵੀ ਹੋਰ ਜਾਣਕਾਰੀ ਮਿਲੇ। ਫਾਰ ਦੇ ਟਰਨ ਇਨ ਟੂ ਮਿਸ ਲੌਂਗ ਬਿਫੋਰ ਦੇ ਰੀਚ ਐਜ਼ ਫਾਰ ਬੈਕ ਇਨ ਦੀ ਟਾਈਮ ਐਜ਼ ਦੀ ਲੈਪਿਤਾ। ਅਤੇ ਇਟ ਮੀਨਸ ਇੱਥੇ ਸਿੱਧੀ ਜਿਹੀ ਗੱਲ ਇਹ ਕਹਿ ਰਿਹਾ ਕਿ ਸਾਨੂੰ ਉਹਨਾਂ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੈਗੀ। ਚਲੋ ਆਪਾਂ ਹੁਣ ਆਪਸ਼ਨਸ ਪੜ੍ਹ ਲੈਂਦੇ ਹਾਂ। ਪੜ੍ਹਦੇ ਆਪਾਂ ਦੀ ਕਨੋਇਜ਼ ਦੈਟ ਹੈਵ ਬੀਨ ਡਿਸਕਵਰਡ ਆਫਰ ਰਿਲੇਟਿਵਲੀ ਫਿਊ ਕਲਿਊਜ਼, ਕਹਿੰਦੇ ਜਿਹੜੀਆਂ ਕਨੋਇਜ਼ ਮਿਲੀਆਂ ਨੇ, ਡਿਸਕਵਰ ਹੋਈਆਂ ਨੇ, ਉਹ ਬਹੁਤ ਘੱਟ ਕਲਿਊ ਦੇ ਰਹੀਆਂ ਨੇ, ਐਵੀਡੈਂਸ ਦੇ ਰਹੇ ਨੇ ਜਾਂ ਪ੍ਰੂਫ ਦੇ ਰਹੀਆਂ ਨੇ। ਬਟ ਉੱਥੇ ਤਾਂ ਉਹਨਾਂ ਨੇ ਕਿਹਾ ਸੀ ਨੋ ਵਨ ਫਾਊਂਡ ਹੈਜ਼ ਫਾਊਂਡ ਵਨ ਆਫ ਦੇਅਰ ਕਨੋਇਜ਼, ਉਹਨਾਂ ਦੀ ਕੋਈ ਕਨੋਇਜ਼ ਮਿਲੀ ਨਹੀਂ ਹੈਗੀ। ਤਾਂ ਇਟ ਮੀਨਸ ਇਹ ਆਪਸ਼ਨ ਤਾਂ ਪਹਿਲਾਂ ਹੀ ਗਲਤ ਆ ਕਿ ਇਹ ਤਾਂ ਕਹਿ ਰਿਹਾ ਕਿ ਜਿਹੜੀਆਂ ਕਨੋਇਜ਼ ਮਿਲੀਆਂ ਨਹੀਂ, ਪਰ ਉਹ ਕਹਿ ਰਹੇ ਸੀ ਕੋਈ ਵੀ ਕਨੋਇਜ਼ ਉਹਨਾਂ ਦੀ ਨਹੀਂ ਮਿਲੀ, ਉਹਨਾਂ ਦੀ ਸ਼ਿਪ ਕੋਈ ਨਹੀਂ ਮਿਲੀ। ਤੈਨੂੰ ਆਪਾਂ ਐਕਸਕਲੂਡ ਕਰਤਾ। ਸੈਕਿੰਡ ਬੀ ਆਪਸ਼ਨ ਹੈਗੀ ਆ ਆਰਕੀਓਲੋਜਿਸਟਸ ਹੈਵ ਸ਼ੋਨ ਲਿਮਿਟਡ ਇੰਟਰਸਟ ਇਨ ਦਿਸ ਏਰੀਆ ਆਫ ਰਿਸਰਚ, ਜਿਹੜੇ ਆਰਕੀਓਲੋਜਿਸਟ ਆ ਉਹਨਾਂ ਦਾ ਇੰਟਰਸਟ ਬਹੁਤ ਘੱਟ ਸੀਗਾ, ਲਿਮਿਟਡ ਇੰਟਰਸਟ ਸੀ। ਇੱਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਇੱਥੇ ਕਿ ਆਰਕੀਓਲੋਜਿਸਟ ਦਾ ਇੰਟਰਸਟ ਬਹੁਤ ਘੱਟ ਸੀ, ਇਹਨੂੰ ਆਪਾਂ ਈਜ਼ੀਲੀ ਐਕਸਕਲੂਡ ਕਰਤਾ। ਇੱਥੇ ਥੋੜ੍ਹੀ ਜਿਹੀ ਆਪਾਂ ਨੂੰ ਲੱਗ ਰਿਹਾ ਸੀਗਾ ਇਹ ਥੋੜ੍ਹਾ ਜਿਹਾ ਮੈਚ ਕਰ ਰਹੀ ਸੀ ਆਪਸ਼ਨ ਸੀ। ਆਪਸ਼ਨ ਆ ਗਈ ਅੱਗੇ ਲਿਟਲ ਇਨਫੋਰਮੇਸ਼ਨ ਰਿਲੇਟਿੰਗ ਟੂ ਦਿਸ ਪੀਰੀਅਡ ਕੈਨ ਬੀ ਰਿਲਾਈਡ ਅਪੋਨ ਐਕੂਰੇਸੀ, ਕਹਿੰਦੇ ਜੀ ਉਸ ਪੀਰੀਅਡ ਦੇ ਰਿਗਾਰਡਿੰਗ ਲਿਟਲ ਇਨਫੋਰਮੇਸ਼ਨ ਆ ਜਿਹਦੀ ਐਕੂਰੇਸੀ 'ਤੇ ਆਪਾਂ ਰਿਲਾਈ ਕਰ ਸਕਦੇ ਹਾਂ, ਬਲੀਵ ਕਰ ਸਕਦੇ ਹਾਂ। ਹਾਂਜੀ, ਇਹ ਆਪਸ਼ਨ ਜਮਾਂ ਬਿਲਕੁਲ ਕਰੈਕਟ ਆ। ਇਹ ਘੱਟ ਆਪਸ਼ਨ ਅਵੇਲੇਬਲ ਆ ਜਿਸ 'ਤੇ ਆਪਾਂ ਬਲੀਵ ਕਰ ਸਕਦੇ ਹਾਂ। ਚਲੋ ਅੱਗੇ ਆਪਾਂ ਡੀ ਨੂੰ ਵੀ ਪੜ੍ਹ ਲੈਂਦੇ ਹਾਂ। ਵੈਸੇ ਆਲਮੋਸਟ ਮੈਚ ਹੈ। ਟੈਕਨੋਲੋਜੀਕਲ ਐਡਵਾਂਸਿਸ ਹੈਵ ਆਲਟਰਡ ਦੀ ਵੇ ਸੱਚ ਅਚੀਵਮੈਂਟਸ ਆਰ ਵਿਊਡ, ਅਤੇ ਇਹ ਤਾਂ ਬਿਲਕੁਲ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਉੱਥੇ। ਤਾਂ ਆਪਣੀ ਸੀ ਜਿਹੜੀ ਆਪਸ਼ਨ ਆ ਉਹ ਸਹੀ ਆਪਸ਼ਨ ਆ। ਇੱਦਾਂ ਆਪਾਂ ਕਲਿੱਕ ਕਰ ਲਈਏ ਸੀ ਆਪਸ਼ਨ। ਚਲੋ ਜੀ ਆਪਾਂ ਨੈਕਸਟ ਪੜ੍ਹਦੇ ਹਾਂ।
ਅਕੋਰਡਿੰਗ ਟੂ ਦੀ 6th ਪੈਰਾਗ੍ਰਾਫ, ਇਟ ਮੀਨਸ 6th ਪੈਰਾਗ੍ਰਾਫ 'ਚ ਆਪਣੀ ਲੋਕੇਸ਼ਨ ਆ। ਵਟ ਵਾਜ਼ ਐਕਸਟਰਾਡੀਨਰੀ ਅਬਾਊਟ ਲੈਪਿਤਾ, ਲੈਪਿਤਾ ਦੇ ਰਿਗਾਰਡਿੰਗ ਐਕਸਟਰਾਡੀਨਰੀ ਕੀ ਚੀਜ਼ ਸੀ? ਐਕਸਟਰਾਡੀਨਰੀ ਹੁੰਦੀ ਹੈ ਕੁਛ ਡਿਫਰੈਂਟ, ਕੁਛ ਹਟ ਕੇ। ਚਲੋ ਜੀ ਇਹਦੀ ਆਪਾਂ ਲੋਕੇਸ਼ਨ 'ਤੇ ਚੱਲਦੇ ਹਾਂ। 6th ਪੈਰਾਗ੍ਰਾਫ ਹੈ ਇਹ, ਤਾਂ ਇਟ ਮੀਨਸ ਆਪਣਾ ਆਨਸਰ ਇਹਦੇ ਵਿੱਚ ਵੀ ਆਊਗਾ। ਜੇ ਆਪਾਂ ਇੱਥੋਂ ਨੂੰ ਪੜ੍ਹਨਾ ਸਟਾਰਟ ਕਰ ਦਈਏ, ਦੀ ਰੀਅਲ ਐਡਵੈਂਚਰ ਡਿਡਨਟ ਬਿਗਨ however until their Lapita descendant sailed out of sight of land। ਕਹਿੰਦੇ ਜਿਹੜੇ ਲੈਪਿਤਾ ਦੇ ਡਿਸੈਂਡੈਂਟ ਸੀਗੇ, ਡਿਸੈਂਡੈਂਟ ਮੀਨਸ ਉਹਨਾਂ ਦੀ ਫਿਊਚਰ ਜਨਰੇਸ਼ਨ ਸੀਗੀ, ਹਾਂ, ਉਹਨਾਂ ਨੇ ਸੇਲਡ ਆਊਟ ਸਾਈਟ ਆਫ ਲੈਂਡ, ਲੈਂਡ ਦੇ ਉਸ ਪਾਰਟ ਤੱਕ ਚਲੇ ਗਏ ਸੀਗੇ, ਵਿਦ ਐਮਪਟੀ ਹੋਰੀਜ਼ਨਸ ਔਨ ਐਵਰੀ ਸਾਈਡ, ਜਿੱਥੇ ਕੁਛ ਵੀ ਬਹੁਤ ਦੂਰ ਤੱਕ ਚਲੇ ਗਏ ਸੀ। ਇਟ ਮੀਨਸ ਦਿਸ ਮਸਟ ਹੈਵ ਬੀਨ ਐਜ਼ ਡਿਫੀਕਲਟ ਫॉर them ਐਜ਼ ਲੈਂਡਿੰਗ ਔਨ ਦੀ ਮੂਨ ਇਜ਼ ਫॉर ਅਸ ਟੂਡੇ। ਕਹਿੰਦੇ ਉਹਨਾਂ ਵਾਸਤੇ ਉਦੋਂ ਇੰਨਾ ਔਖਾ ਸੀ ਜਿੰਨਾ ਅੱਜ ਆਪਣੇ ਲਈ ਲੈਂਡ 'ਤੇ ਮੂਨ 'ਤੇ ਲੈਂਡ ਕਰਨਾ ਔਖਾ। ਇਟ ਮੀਨਸ ਉਹਨਾਂ ਨੇ ਕੁਛ ਬਹੁਤ ਐਕਸਟਰਾਡੀਨਰੀ ਕੀਤਾ ਸੀ। ਕੀ ਕੀਤਾ ਸੀ ਕਿ ਉਹ ਬਹੁਤ ਦੂਰ ਤੱਕ ਚਲੇ ਗਏ ਸੀ, ਲੈਂਡ ਦੇ ਬਹੁਤ ਦੂਰ ਏਰੀਆ ਤੱਕ ਚਲੇ ਗਏ ਸੀਗੇ। ਦੇ ਸੇਲਡ ਬਿਯੋਂਡ ਦੀ ਪੁਆਇੰਟ ਵੇਅਰ ਲੈਂਡ ਵਾਜ਼ ਵਿਜ਼ੀਬਲ, ਜਿੱਥੋਂ ਤੱਕ ਵੀ ਉਹਨਾਂ ਨੂੰ ਲੈਂਡ ਦਿਖਦੀ ਸੀ ਉਹ ਉਸਦੇ ਵੀ ਬਿਯੋਂਡ ਚਲੇ ਗਏ ਸੀ, ਉਸ ਤੋਂ ਵੀ ਅੱਗੇ ਚਲੇ ਗਏ ਸੀ। ਯੈਸ, ਆਪਣੀ ਪਹਿਲੀ ਆਪਸ਼ਨ ਕਰੈਕਟ ਹੋ ਗਈ। ਇਟ ਮੀਨਸ ਇਹੀ ਉਹ ਕਹਿ ਰਹੇ ਸੀਗੇ ਕਿ ਉਹ ਬਹੁਤ ਦੂਰ ਤੱਕ ਚਲੇ ਗਏ ਸੀ। ਬਟ ਆਪਾਂ ਨੈਕਸਟ ਵਾਲੇ ਆਪਸ਼ਨਸ ਨੂੰ ਦੇਖ ਲੈਂਦੇ ਹਾਂ ਕਿ ਉਹ ਕਿੱਦਾਂ ਇਹਦੇ ਨਾਲ ਮੈਚ ਹੋ ਰਹੀਆਂ। ਦੇਅਰ ਕਲਚਰਲ ਹੈਰੀਟੇਜ ਡਿਸਕਰੇਜ ਦੀ ਐਕਸਪ੍ਰੈਸ਼ਨ ਆਫ ਫੀਅਰ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਦੇ ਵਰ ਏਬਲ ਟੂ ਬਿਲਡ ਕਨਾਇਜ਼ ਦੈਟ ਵਿਦਸਟੂਡ ਓਸ਼ਨ ਵੋਏਜਸ, ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਦੇਅਰ ਨੈਵੀਗੇਸ਼ਨਲ ਸਕਿੱਲਸ ਵਰ ਪਾਸਡ ਔਨ ਫਰੋਮ ਵਨ ਜਨਰੇਸ਼ਨ ਟੂ ਦੀ ਨੈਕਸਟ। ਇਸ ਚੀਜ਼ ਦੀ ਗੱਲ ਤਾਂ ਹੋ ਰਹੀ ਸੀ ਪੈਰਾਗ੍ਰਾਫ ਦੇ ਵਿੱਚ ਕਿ ਉਹਨਾਂ ਦੀ ਨੈਵੀਗੇਸ਼ਨ ਸਕਿੱਲਸ ਬਹੁਤ ਵਧੀਆ ਸੀ, ਬਟ ਉਹ ਪਾਸ ਕੀਤੀਆਂ ਅੱਗੇ ਜਨਰੇਸ਼ਨ ਤੱਕ, ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਤਾਂ ਇਟ ਮੀਨਸ ਜਿਹੜੀ ਆਪਸ਼ਨ ਏ ਆ ਉਹੀ ਆਪਣੀ ਕਰੈਕਟ ਆਪਸ਼ਨ ਆ। ਚਲੋ ਨੈਕਸਟ ਕੁਐਸਚਨ ਪੜ੍ਹਦੇ ਹਾਂ ਆਪਾਂ। ਅਕੋਰਡਿੰਗ ਟੂ ਦੀ 8th ਪੈਰਾਗ੍ਰਾਫ, ਇਟ ਮੀਨਸ ਆਪਣੀ ਲੋਕੇਸ਼ਨ 8th ਪੈਰਾਗ੍ਰਾਫ 'ਚ ਹੋਊਗੀ। ਹਾਊ ਵਾਜ਼ ਦੀ ਜੋਗਰਾਫੀ ਆਫ ਦੀ ਰੀਜਨ ਸਿਗਨੀਫਿਕੈਂਟ। ਜੋਗਰਾਫੀ ਹੁੰਦੀ ਹੈ ਜੀ ਉੱਥੋਂ ਦਾ ਜਿਹੜਾ ਇਨਵਾਇਰਮੈਂਟ ਵਗੈਰਾ ਉਹ ਕਿੱਦਾਂ ਦਾ। ਰੀਜਨ ਮੀਨਸ ਕੋਈ ਏਰੀਆ, ਸਿਗਨੀਫਿਕੈਂਟ ਮੀਨਸ ਉਹ ਕਿੱਦਾਂ ਇੰਪੋਰਟੈਂਟ ਸੀ। ਏਟ ਪੈਰਾਗ੍ਰਾਫ ਇਹ ਸੀਗਾ ਜੀ, ਤਾਂ ਆਪਾਂ ਨੂੰ ਇੱਥੇ ਪੜ੍ਹਨਾ ਸਟਾਰਟ ਕਰ ਲੈਂਦੇ ਹਾਂ। ਫॉर ਰਿਟਰਨਿੰਗ ਐਕਸਪਲੋਰਰਸ, ਰਿਟਰਨਿੰਗ ਐਕਸਪਲੋਰਰਸ ਮੀਨਸ ਉਹ ਜਦੋਂ ਰਿਸਰਚ ਕਰਕੇ ਵਾਪਸ ਆ ਰਹੇ ਹੁੰਦੇ ਆ, ਐਕਸਪਲੋਰ ਸਕਸੈਸਫੁਲ ਔਰ ਨੋਟ, ਉਹ ਸਕਸੈਸਫੁਲ ਹੁੰਦੇ ਸੀ ਚਾਹੇ ਨਹੀਂ ਹੁੰਦੇ ਸੀ ਆਪਦੀ ਜਰਨੀ ਦੇ ਵਿੱਚ। ਦੀ ਜੋਗਰਾਫੀ ਆਫ ਦੇਅਰ ਓਨ ਆਰਕੀਓਲੋਜਿਸਟ ਵੁੱਡ ਹੈਵ ਪ੍ਰੋਵਾਈਡਡ ਅ ਸੇਫਟੀ ਨੈੱਟ, ਉਹ ਉਹਨਾਂ ਨੂੰ ਇੱਕ ਸੇਫਟੀ ਨੈੱਟ ਪ੍ਰੋਵਾਈਡ ਕਰਦੀ ਸੀ। ਠੀਕ ਹੈ ਜੀ, ਸੇਫਟੀ ਨੈੱਟ ਪ੍ਰੋਵਾਈਡ ਕਰਦੀ ਸੀ। ਕਿੱਦਾਂ ਪ੍ਰੋਵਾਈਡ ਕਰਦੀ ਸੀ ਸੇਫਟੀ ਨੈੱਟ, ਉਹ ਅੱਗੇ ਉਹਨਾਂ ਨੇ ਡਿਫਾਈਨ ਕੀਤਾ ਹੋਣਾ। ਵਿਦਾਊਟ ਦਿਸ ਟੂ ਗੋ ਬਾਏ ਓਵਰ ਸ਼ੂਟਿੰਗ ਦੇਅਰ ਹੋਮ ਪੋਰਟਸ, ਗੈਟਿੰਗ ਲੋਸਟ ਐਂਡ ਸੇਲਿੰਗ ਆਫ ਇਨਟੂ ਇਟਰਨਿਟੀ ਵੁੱਡ ਹੈਵ ਬੀਨ ਆਲ ਟੂ ਈਜ਼ੀ। ਕਹਿੰਦੇ ਜੇ ਇਹ ਤੋਂ ਬਿਨਾਂ ਉਹ ਆਪਦੇ ਘਰ ਨਹੀਂ ਪਹੁੰਚ ਸਕਦੇ ਸੀ, ਕਿਉਂਕਿ ਉਹ ਹੋ ਸਕਦਾ ਉਹ ਗੈਟਿੰਗ ਲੋਸਟ ਹੋ ਸਕਦੇ ਸੀ, ਉਹ ਰਸਤਾ ਉਹਨਾਂ ਦਾ ਗੁਆਚ ਸਕਦਾ ਸੀ। ਤਾਂ ਇਟ ਮੀਨਸ ਇਹ ਕਹਿ ਰਹੇ ਆ ਜੀ ਕਿ ਉਹ ਉਹਨਾਂ ਨੂੰ ਉਹਨਾਂ ਨੂੰ ਡਾਇਰੈਕਸ਼ਨ ਪ੍ਰੋਵਾਈਡ ਕਰਦੀ ਸੀ। ਡਾਇਰੈਕਸ਼ਨ ਕਿੱਦਾਂ ਪ੍ਰੋਵਾਈਡ ਕਰਦੀ ਸੀ ਕਿ ਉਹਨਾਂ ਨੂੰ ਇੱਕ ਸੇਫਟੀ ਨੈੱਟ ਪ੍ਰੋਵਾਈਡ ਕਰਦੀ ਸੀ ਕਿ ਉਹ ਵਾਪਸ ਆ ਸਕਦੇ ਸੀ। ਜਿਹੜੀ ਉੱਥੋਂ ਦਾ ਜੋਗਰਾਫੀ ਸੀਗੀ, ਜਿਹੜੇ ਉੱਥੋਂ ਦਾ ਇਨਵਾਇਰਮੈਂਟ ਸੀਗਾ। ਚਲੋ ਆਪਾਂ ਆਪਸ਼ਨ ਪੜ੍ਹਦੇ ਹਾਂ ਹੁਣ। ਕਹਿੰਦੇ ਫਸਟ ਆਪਸ਼ਨ ਆ, ਇਟ ਪਲੇਡ ਐਨ ਇੰਪੋਰਟੈਂਟ ਰੋਲ ਇਨ ਲੈਪਿਤਾ ਕਲਚਰ। ਹਾਂਜੀ, ਉਹ ਕਹਿੰਦੇ ਜੀ ਉੱਥੋਂ ਦੀ ਜੋਗਰਾਫੀ ਨੇ ਲੈਪਿਤਾ ਦੇ ਕਲਚਰ 'ਚ ਇੰਪੋਰਟੈਂਟ ਰੋਲ ਪਲੇ ਕੀਤਾ। ਨਹੀਂ ਜੀ, ਇਹਦੀ ਗੱਲ ਨਹੀਂ ਹੋ ਰਹੀ। ਲੈਪਿਤਾ ਦੇ ਕਲਚਰ 'ਚ ਉਹਨਾਂ ਨੇ ਕੋਈ ਰੋਲ ਪਲੇ ਨਹੀਂ ਕੀਤਾ। ਰੋਲ ਪਲੇ ਕੀਤਾ ਬਟ ਲੈਪਿਤਾ ਦੇ ਕਲਚਰ 'ਚ ਨਹੀਂ ਰੋਲ ਪਲੇ ਕੀਤਾ। ਇਟ ਮੀਨਡ ਦੇਅਰ ਵਰ ਰਿਲੇਟਿਵਲੀ ਫਿਊ ਸਟੋਰਮਸ ਐਟ ਦੀ ਸੀ। ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਇਟ ਪ੍ਰੋਵਾਈਡਡ ਆ ਨੈਵੀਗੇਸ਼ਨਲ ਏਡ ਫॉर ਦੀ ਲੈਪਿਤਾ, ਇਹ ਉਹਨਾਂ ਨੂੰ ਨੈਵੀਗੇਸ਼ਨਲ ਏਡ ਪ੍ਰੋਵਾਈਡ ਕਰਦੀ ਸੀ। ਨੈਵੀਗੇਸ਼ਨਲ ਏਡ ਹੋ ਗਈ ਕਿ ਉਹਨਾਂ ਨੂੰ ਡਾਇਰੈਕਸ਼ਨ ਉਹਨਾਂ ਦੇ ਘਰ ਪਹੁੰਚਣ ਦੇ ਲਈ ਹੈਲਪ ਕਰਦੀ ਸੀ। ਏਡ ਮੀਨਸ ਹੁੰਦਾ ਜੀ ਹੈਲਪ, ਨੈਵੀਗੇਸ਼ਨ ਹੋਣ ਲੱਗਿਆ ਕਿ ਡਾਇਰੈਕਸ਼ਨ ਫਾਈਂਡ ਕਰਨ 'ਚ। ਇਟ ਮੀਨਸ ਇਸ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਸੇਫਟੀ ਨੈੱਟ ਪ੍ਰੋਵਾਈਡ ਕਰਦੀ ਸੀ, ਇਹ ਤੋਂ ਬਿਨਾਂ ਉਹ ਉਹਨਾਂ ਦਾ ਰਸਤਾ ਗੁਆਚ ਸਕਦਾ ਸੀ। ਇਹ ਕਾਫੀ ਕਲੋਜ਼ ਆਪਸ਼ਨ। ਇਟ ਮੇਡ ਅ ਲਾਰਜ ਨੰਬਰ ਆਫ ਆਈਲੈਂਡਸ ਹੈਬੀਟੇਬਲ। ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਸੀ ਆਪਸ਼ਨ ਹੀ ਆਪਣੀ ਕਰੈਕਟ ਆਪਸ਼ਨ ਆ। ਤਾਂ ਇੱਦਾਂ ਹੀ ਆਪਾਂ
ਸਾਰੇ ਜਿਹੜੇ MCQ ਵਾਲੇ ਹੁੰਦੇ ਆ ਉਹਨਾਂ ਨੂੰ ਆਪਾਂ ਸੋਲਵ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਇੱਕ ਧਿਆਨ ਰੱਖਣਾ ਕਿ ਆਪਾਂ ਵਰਡਸ ਮੈਚ ਨਹੀਂ ਕਰਨੇ, ਆਪਾਂ ਮੀਨਿੰਗ ਮੈਚ ਕਰਨਾ। ਜਦੋਂ ਆਪਾਂ ਲੋਕੇਸ਼ਨ 'ਤੇ ਚਲੇ ਜਾਂਦੇ ਹਾਂ ਤਾਂ ਲੋਕੇਸ਼ਨ 'ਤੇ ਜਾ ਕੇ ਆਪਾਂ ਪਹਿਲਾਂ ਲੋਕੇਸ਼ਨ ਨੂੰ ਪੂਰਾ ਅੰਡਰਸਟੈਂਡ ਕਰਨਾ, ਫਿਰ ਆ ਕੇ ਆਪਾਂ ਆਪਸ਼ਨਸ ਪੜ੍ਹਦੇ ਹਾਂ। ਓਕੇ ਜੀ, ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋ ਕਿ ਆਪਾਂ ਕਿੱਦਾਂ ਸੋਲਵ ਕਰਨੀ ਆ ਆਪਸ਼ਨਸ, MCQ ਨੂੰ ਕਿੱਦਾਂ ਸੋਲਵ ਕਰਨਾ, ਆਪਸ਼ਨਸ ਨੂੰ ਕਿੱਦਾਂ ਐਲੀਮੀਨੇਟ ਕਰਨਾ। ਤਾਂ ਇਸੇ ਮੈਥਡ ਨੂੰ ਬੋਲਦੇ ਆ ਐਲੀਮੀਨੇਸ਼ਨ ਮੈਥਡ। ਓਕੇ ਜੀ, ਬਾਕੀ ਜੇ ਕੁਛ ਨਾ ਸਮਝ ਆਇਆ ਤਾਂ ਮੈਨੂੰ WhatsApp ਕਰ ਲਿਓ। WhatsApp ਦਾ ਨੰਬਰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਪਲੱਸ ਜਾਂ ਸਕਰੀਨ 'ਤੇ ਮਿਲ ਜੂਗਾ ਵੀਡੀਓ ਦੀ ਸਟਾਰਟਿੰਗ ਦੇ ਵਿੱਚ। ਓਕੇ ਜੀ, ਥੈਂਕ ਯੂ।